हाँ जी बेटा, नेक्स्ट जो आप न्यूमेरिकल कर रहे हैं, ठीक है जी, फोर्थ न्यूमेरिकल है क्लासिफिकेशन ऑफ मैग्नेटिक मटीरियल दा, थर्ड डी दा। A magnetizing field of 1600 ampere per meter produces a magnetic flux of 2.5 into 10 raised to power minus 5 Weber in a bar of iron of cross sectional area 0.2 centimeter square। जो क्वेश्चन च गिवन आ वो केड़ा वेरिएबल होया? फर्स्ट होने के मैग्नेटाइजिंग फील्ड ऑफ 1600 एम्पियर पर मीटर, केड़ा वेरिएबल बनूगा? आवाज आ रही है? यस सर। आवाज आ रही है? यस सर। यस सर। उन्हें क्वेश्चन च क्या मैग्नेटाइजिंग फील्ड ਅਸੀਂ 1600 एम्पीयर पर मीटर ਦਾ ਮੈਗਨੈਟਿਕ ਫੀਲਡ ਅਪਲਾਈ ਕਰਦੇ ਪਏ ਆ, ਠੀਕ ਹੈ। ਤੇ ਜਿਹੜਾ ਮੈਗਨੇਟਾਈਜ਼ਿੰਗ ਫੀਲਡ ਅਪਲਾਈ ਕਰਦੇ ਇਹਨੂੰ ਮੈਗਨੇਟਾਈਜ਼ਿੰਗ ਫੋਰਸ ਕਵਾਂਗੇ। यस सर। यस सर। ਆਪਣੇ क्वेश्चन ਚ h ਗਿਵਨ ਆ, h ਦੀ ਵੈਲਿਊ ਹੈਗੀ 1600 एम्पीयर पर मीटर, ਫਸਟ ਵੇਰੀਏਬਲ ਆ। ਉਸ ਤੋਂ ਬਾਅਦ ਉਹਨੇ ਕੁਐਸਚਨ ਚ ਕਿਹਾ ਕਹਿੰਦਾ ਜੀ ਇਹਦੇ ਕਰਕੇ ਜਦੋਂ ਇਹਨੂੰ ਅਪਲਾਈ ਕੀਤਾ ਇਸ ਮੈਗਨੇਟਾਈਜ਼ਿੰਗ ਫੋਰਸ ਨੂੰ ਤੇ ਜਿਹੜਾ ਮੈਗਨੈਟਿਕ ਫਲਕਸ ਬਣੀ, ਮੈਗਨੈਟਿਕ ਫਲਕਸ ਅੱਗੇ ਵੀ ਦੱਸੀ ਹੋਈ ਟਰਮ ਇਲੈਕਟ੍ਰਿਕ ਫਲਕਸ ਨਾਲ ਕੰਪੇਅਰ ਕਰ ਸਕਦੇ ਹੋ। ਮੈਗਨੈਟਿਕ ਫਲਕਸ ਦੀ ਵੈਲਿਊ ਗਿਵਨ ਆਪਣੇ ਕੋਲ 2.5 into 10 raised to power minus 5 Weber, ठीक है। मैग्नेटिक फ्लक्स गिवन आ। उस तो बाद उन्हें क्या जी जेडी आयरन बार ते अप्लाई किया ओदा एरिया ऑफ क्रॉस सेक्शन गिवन आ, ओदा एरिया ऑफ क्रॉस सेक्शन गिवन आ 0.2 सेंटीमीटर स्क्वायर। आ तीन वेरिएबल गिवन आ। ਇਹਦੇ ਬਿਹਾਫ ਤੇ ਉਹਨੇ ਪੁੱਛਿਆ ਕੈਲਕੂਲੇਟ ਦਾ ਪਰਮੇਬਿਲਿਟੀ ਐਂਡ ਸਸੈਪਟੇਬਿਲਿਟੀ, यानी एक तुसी एसएच परमेबिलिटी दी वैल्यू सॉल्व करो की आएगी और एक ससेप्टेबिलिटी फाइंड आउट करनी है। इतनी गल क्लियर है पहले? यस सर। यस सर। चल एक बारी इस फार्मूले नाल एदी कंडीशन दसन लग्या नु समझ लियो बेटा, लोड पै जानी अपन नु किते ना किते। इस रिलेशन नु जदों ਅਸੀਂ ड्राइव करदे ना ਅਸੀਂ ਇਦਾਂ ਕਹਿੰਦੇ ਕਿ ਵੀ ਜੇ ਆ ਮੰਨ ਲਓ ਮੇਰੀ ਇੱਕ ਸੋਲੇਨੋਇਡ ਆ, ਇਸ ਸੋਲੇਨੋਇਡ ਚ ਜਦੋਂ ਮੈਂ ਕਰੰਟ ਪਾਸ ਕੀਤਾ तो ਅਸੀਂ ਕਹਿੰਦੇ ਜੀ ਕਰੰਟ ਦੇ ਪਾਸ ਕਰਨ ਨਾਲ ਇਹ ਮੇਰੀ ਸੋਲੇਨੋਇਡ ਮੈਗਨੇਟਾਈਜ਼ ਹੋ ਗਈ ਤੇ ਜਦੋਂ ਸੋਲੇਨੋਇਡ ਕੋਇਲ ਮੇਰੀ ਮੈਗਨੇਟਾਈਜ਼ ਹੋਈ ਆ ਇਹਦੇ ਅੰਦਰ ਜਿਹੜਾ ਮੈਗਨੈਟਿਕ ਫੀਲਡ ਬਣਿਆ ਉਹਦੇ ਲਈ ਫਾਰਮੂਲਾ ਸੀ ਆ ਲਿਖ ਦਿੰਨੇ B नॉट कह रहे हैं, ठीक है। B नॉट इक्वल टू म्यू नॉट H, क्योंकि एयर कोर आ, एयर कोर दे करके इत्थे ਜਿਹੜਾ परमेबिलिटी आ ਉਹ म्यू नॉट ਨਾਲ ਆਪਣੇ ਕੋਲ ਚੱਲੇਗੀ, यानी ਇਹਦੇ ਲਈ B नॉट ਦਾ ਫਾਰਮੂਲਾ म्यू नॉट H आ गया। पर जे मैं ये कहां कि भी एक कोर रखी, उस कोर दे उत्ते ਅਸੀਂ ਕੋਇਲ ਰੈਪ ਕੀਤੀ ਆ ਤੇ ਜਦੋਂ ਮੈਂ ਐਸਐਚ ਇਸ ਸੌਫਟ ਆਇਰਨ ਦੀ ਕੋਰ ਦੇ ਉੱਤੇ ਕੋਇਲ ਰੈਪ ਕੀਤੀ ਹੋਏਗੀ ਤੇ ਹੋਏਗਾ ਕਿ ਕਰੰਟ ਪਾਸ ਕਰਨ ਕਰਕੇ ਕੋਇਲ ਵੀ ਮੈਗਨੇਟਾਈਜ਼ ਹੋਣੀ ਆ ਤੇ कोर भी मैग्नेटाइज होनी है। लाइन समझ लगी जो बोले मैं? यस सर। यस सर। ठीक है। ਜਦੋਂ ਸੌਫਟ ਆਇਰਨ ਦੀ ਕੋਰ ਆ ਇਹ ਫੈਰੋਮੈਗਨੈਟਿਕ ਨੇਚਰ ਹੋਣ ਕਰਕੇ ਕਰੰਟ ਦੇ ਪਾਸ ਕਰਨ ਕਰਕੇ ਕੋਇਲ ਤੇ ਮੈਗਨੇਟਾਈਜ਼ ਹੋਏਗੀ ਉਹਦੇ ਨਾਲ ਅਸੀਂ ਕਹਿੰਦੇ ਕੋਰ ਵੀ ਮੈਗਨੇਟਾਈਜ਼ ਹੋਏਗੀ। ਤੇ ਇਸ ਕੇਸ ਦੇ ਅੰਦਰ ਜਦੋਂ ਫਿਰ ਟੋਟਲ ਮੈਗਨੈਟਿਕ ਲਿਖਦੇ ਨਾ ਉਹ ਦੋ ਚੀਜ਼ਾਂ ਤੋਂ ਬਣਿਆ, ਇੱਕ ਅਸੀਂ ਲਿਖ ਦਿੰਦੇ ਜੀ ਉਹ ਆ ਗਿਆ ਮੇਰੇ ਕੋਲ म्यू नॉट H, ਇੱਕ ਅਸੀਂ ਕਹਿੰਦੇ ਉਹ ਆ ਗਿਆ ਮੇਰੇ ਕੋਲ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਦੀ ਫਾਰਮ ਚ। ਆਈ ਤਾਂ ਇਨਵੋਲਵ ਕੀਤਾ कि जो कोर मैग्नेटाइज होएगी ते कोर दे अंदर ਅਸੀਂ ਕਹਿੰਦੇ ਕਿੰਨੀ ਮੈਗਨੈਟਿਕ ਮੂਵਮੈਂਟ ਡਿਵੈਲਪ ਹੋਈ ਆ ਉਹ ਅਸੀਂ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਦੀ ਫਾਰਮ ਚ ਮੇਜ਼ਰ ਕਰਦੇ ਆ। ਯਾਨੀ ਇੱਥੇ B ਦਾ ਫਾਰਮੂਲਾ म्यू नॉट H plus I ਆ ਜਾਂਦਾ ਤੇ ਦੂਜੇ ਪਾਸੇ ਜੇ ਮੈਂ B ਨੂੰ ਸਿੱਧਾ ਲਿਖਾਂ ਜਿੱਦਾਂ ਆ B ਨॉट ਲਈ ਲਿਖਿਆ ਤੇ ਜੇ ਮੈਂ ਇਹ B ਵਾਸਤੇ ਲਿਖਣਾ ਤੇ ਆਪਾਂ ਇੱਥੇ ਆ ਸਟੈਪ ਇਦਾਂ ਬਣਾ ਦਿੰਦੇ ਬਟ B equal to म्यू H, therefore म्यू H equal to म्यू नॉट into H plus I, ठीक है। म्यू नॉट इधर ले आके डिवाइड कर लो, H उधर जाके डिवाइड करो, म्यू ओवर म्यू नॉट इनु की पढ़ सकते हैं
म्यू बाय म्यू नॉट कादे इक्वल आ गया, इधर h डिवाइड करा ते h बाय h 1 बन गया, 1 प्लस i ओवर h बन गया। इना क्लियर आ? Yes, sir. ते म्यू बाय म्यू नॉट नु म्यू आर पढ़ लवा, i बाय h ऊपर 10 के टे हुनी ਅਸੀਂ ਨੂੰ ਸਸੈਪਟੇਬਿਲਟੀ ਪੜ ਸਕਦੇ, ਯਾਨੀ ਇਹਦੀ ਥਾਂ ਤੇ ਮੇਰੇ ਕੋਲ ਐਸ ਐਚ ਕਿੰਨਾ ਜੀ ਕਾਈ ਆ ਜਾਏਗਾ। ਆ ਰਿਲੇਸ਼ਨ ਬਣ ਜੂ। Yes, sir. Yes. ਲੋਡ ਪੈ ਸਕਦੀ ਸੀਗੀ, ਮੈਨੂੰ ਲੱਗ ਰਿਹਾ ਸੀਗਾ ਕਿ ਵੀ ਵੇਰੀਏਬਲ ਕੱਲਿਆਂ ਨਾਲ ਗੱਲ ਨਾ ਕਰਾਂ, ਤੁਹਾਨੂੰ ਦੱਸਦਾ। ਇਹਨਾਂ ਕਲੀਅਰ ਆ? Yes, Yes, sir. sir. Yes. ਇਹਦੀ ਗੱਲ ਛੱਡ ਰਿਹਾ, ਵਾਪਸ ਆਪਣੇ ਨੂਮੈਰੀਕਲ ਤੇ ਆ ਜਾਓ। ਹੁਣ ਜੇ ਸਸੈਪਟੇਬਿਲਿਟੀ ਕੱਢਣੀ ਆਪਾਂ ਤੇ ਦੂਜੇ ਪਾਸੇ ਮਿਊ ਕੈਲਕੂਲੇਟ ਕਰਨਾ, ਇਹਨਾਂ ਵੇਰੀਏਬਲ ਚੋਂ ਆਪਾਂ ਕਿਹੜੇ ਵੇ ਨਾਲ ਸੋਲਵ ਕਰੀਏ? ਕਹਿੰਦਾ ਜੀ ਕਿੱਦਾਂ ਆਪਣੇ ਕੋਲ ਐਸ ਐਚ ਆਪਣਾ ਗਿਵਨ ਵੇਰੀਏਬਲ ਆ ਸਕਦਾ। ਤੇ ਬੱਚੇ ਇੱਥੋਂ ਜੇ ਮੈਂ ਫਾਈ ਨੂੰ ਸਭ ਤੋਂ ਪਹਿਲਾਂ ਸੋਚਾਂ, ਫਲਕਸ ਦਾ ਫਾਰਮੂਲਾ ਇਲੈਕਟ੍ਰਿਕ ਫਾਰਮ ਚ E ਵੈਕਟਰ ਡਾਟ A ਵੈਕਟਰ ਪੜ੍ਹਦੇ ਹਾਂ, ਤੇ ਮੈਗਨੈਟਿਕ ਫਾਰਮ ਚ ਮੈਂ ਲਿਖਣਾ ਹੋਵੇ ਫਲਕਸ ਦਾ ਫਾਰਮੂਲਾ ਮੈਗਨੈਟਿਕ ਫੀਲਡ ਡਾਟ ਏਰੀਆ ਵੈਕਟਰ ਆਜੋ। Yes, sir. Yes, sir. ਇਥੋਂ ਜੇ ਆਪਾਂ ਲਿਖ ਲਈਏ ਤੇ ਮੈਕਸਿਮਮ ਫਲਕਸ ਵਾਸਤੇ dA cos 0, cos ਦੀ ਕੰਡੀਸ਼ਨ ਕੋਈ ਨਹੀਂ ਦੱਸੀ, ਇਸ ਲਈ cos 0 1 ਵਾਲੀ ਕੰਡੀਸ਼ਨ ਆ। ਇਥੋਂ ਜੇ ਮੈਂ B ਕੱਢਣਾ ਹੋਵੇ, ਇਥੋਂ ਜੇ ਮੈਂ B ਕੱਢ ਲਵਾਂ ਤੇ B ਦਾ ਫਾਰਮੂਲਾ ਮੇਰਾ phi by A ਆ ਗਿਆ। phi ਦੀ ਵੈਲਿਊ ਮੇਰੇ ਕੁਐਸਚਨ ਗਿਵਨ ਹੈ 2.5 into 10 raised to power -5 और एरिया मेरे को गिवन है 0.2 into 10 raised to power -4 ਤੇ ਮੈਗਨੈਟਿਕ ਫੀਲਡ ਮੇਰਾ ਵੈਬਰ ਪਰ ਮੀਟਰ ਸਕੁਅਰ, ਤੇ ਵੈਬਰ ਪਰ ਮੀਟਰ ਸਕੁਅਰ ਅਸੀਂ ਟੈਸਲਾ ਨੂੰ ਕਹਿੰਦੇ ਆ, ਯਾਨੀ ਇਤੋਂ ਮੇਰਾ B ਨਿਕਲ ਆਏਗਾ। ਤੇ ਜੇ ਮੇਰੇ ਕੋਲ B ਆ ਗਿਆ, H ਮੇਰੇ ਕੋਲ ਹੈਗਾ, ਤੇ ਆਹ ਰਿਲੇਸ਼ਨ ਜਿਹੜੇ ਅਸੀਂ ਲਿਖੇ ਹੋਏ, ਇਹ ਮੈਨੂੰ ਕਹਿੰਦਾ B ਤੇ H ਆਪਸ ਵਿੱਚ ਲਿੰਕ ਹੋ ਸਕਦੇ। Yes, sir. Yes. केवल आप जे इत्थे लिख के चलिए ते we know that B equal to mu H, ठीक है। ते जे B mu H दे इक्वल आ ते अपने कोल इथों mu दी वैल्यू B by H आ जाएगी। B अपने इथों डेवलप हो चुका, H अपने क्वेश्चन च गिवन आ, दोनों इथे सब्स्टिट्यूट कर लिए ते mu आ जाओ। Yes, sir. कोई बच्चे रिस्पोंड कर दिया। Yes, sir. चलो जे तो म्यू आ गया, सैकंड वेरिएबल जेड़ा तुसी कढना वा वो हैगी ससेप्टेबिलिटी, ते अपना आ रिलेशन बनया पिया। जे मेरे को म्यू आ गया, वी नो दैट सेकंड पार्ट वास्ते म्यू आर इक्वल टू 1 प्लस ससेप्टेबिलिटी, यानी इथों ससेप्टेबिलिटी मेरी आ गई म्यू आर -1, ते अपने कोल म्यू आर है नहीं, पर अपने कोल म्यू हैगा, ते म्यू नॉट दी फॉर्म च ਅਸੀਂ म्यू आर ਨੂੰ ਲਿਖ ਸਕਦੇ ਹਾਂ। एमल जे मैं म्यू आर की थां ते लिखना होवे, ठीक है, तो ससेप्टेबिलिटी या अपने कोले तो म्यू बनया पिया है ना, ते इथों जे मैं म्यू आर भी कढना वा ते म्यू आर दी वैल्यू म्यू इनटू म्यू नॉट बन जानी। कोई क्लियर इन्नी गल? Yes, sir. Yes. Yes, sir. सो काई दा फार्मूला अपने कोल की आ गया, काई इक्वल टू म्यू इनटू म्यू नॉट, म्यू आर की थां ते लिख लिया -1। आ इन्नी टर्म नु जे मैं सॉल्व करना, म्यू मेरा पहले पार्ट च निकल चुका, ठीक है जी। म्यू नॉट स्टैंडर्ड वैल्यू ऑफ 4 पाई इनटू 10 रेज़ टू पावर -7, ठीक है जी। वो इथे वैल्यू पुट अप कर लो तो ससेप्टेबिलिटी आ जाऊ। क्लियर है न्यूमेरिकल? Sir, Yes, mu, sir. sir, mu divide by mu not नहीं आऊगा, mu r दी value। चलो शुक्र है कोई तो ध्यान रखदा पिया, नलैको इधर देखदे ही नहीं कि भी सही लिखा कि गलत लिख दिता। म्यू बाय म्यू नॉट आ, रिलेटिव परमेबिलिटी म्यू बाय म्यू नॉट ਨੂੰ ਕਹਿੰਦੇ ਆਪਾਂ। ਹੋ ਜੂ ਕਲੀਅਰ ਆ? ਹੁਣ ਵੀ ਸਾਰੇ ਯੈਸ ਸਰ ਹੀ ਹੋਣੇ ਆ। ਉਹ ਇੰਨਾ ਸਮਝ ਲੱਗ ਰਿਹਾ। Yes, sir. Yes, sir. ਤੇ ਜਦੋਂ ਗਲਤ ਲਿਖਿਆ ਹੁੰਦਾ ਉਹਨੂੰ ਲੱਭ ਲਿਆ ਕਰੋ ਕਿੱਥੇ ਗਲਤ ਲਿਖਿਆ ਕੁਝ। ਚਲੋ 5th ਨੂਮੈਰੀਕਲ ਹੈਗਾ the core of a toroid, ਕੱਲ ਇਹਦੇ ਨਾਲ ਦਾ ਕੀਤਾ ਸੀ, ਉਹਦੇ ਨਾਲ ਰਿਲੇਟਡ ਹੀ ਆ। core of a toroid having 3000 turn has inner and outer radius 11 and 12 centimeter respectively. Calculate relative permeability of the core given a current of 0.7 ampere produces a magnetic field of 2.5 tesla in the core। ਜਿਹੜੇ ਜਿਹੜੇ ਵੇਰੀਏਬਲ ਗਿਵਨ ਉਹ ਲਿਖਦੇ ਚਲੋ।
ਫਿਫਥ ਨੂਮੈਰੀਕਲ ਚ ਉਹਨੇ ਕਿਹਾ ਜੀ ਕੋਰ ਦੇ ਉੱਤੇ ਜਿਹੜੇ ਟਰਨਸ ਨੇ 3000 ਟਰਨ ਗਿਵਨ ਆ, ਇਹ ਕਿਹੜਾ ਵੇਰੀਏਬਲ ਹੋਇਆ? capital N, ਕੈਪੀਟਲ n ਗਿਵਨ ਆ, ਸਮਾਲ n ਜਿਹੜਾ ਵਾ ਉਹ ਪਰ ਯੂਨਿਟ ਲੈਂਥ ਹੁੰਦਾ। ਆਪਣੇ ਕੋਰ ਦੇ ਟੋਟਲ ਟਰਨਸ ਦਿੱਤੇ ਆ 3000 ਟਰਨਸ ਨੇ। ਉਸ ਤੋਂ ਬਾਅਦ ਉਹਨੇ ਕਿਹਾ ਜੀ ਉਹਦਾ ਇਨਰ ਤੇ ਆਊਟਰ ਰੇਡੀਅਸ, ਆ ਚੀਜ਼ ਕੱਲ ਸਮਝਾਈ ਹੋਈ ਆ ਵੈਸੇ, ਕਿ ਜਦੋਂ ਦੋ ਰੇਡੀਅਸ ਦਿੱਤੇ ਤਾਂ ਅਸੀਂ ਇਹਦੀ ਐਵਰੇਜ ਕੱਢਣੀ ਆ। r1 ਆ ਗਿਆ 11 ਸੈਂਟੀਮੀਟਰ ਔਰ ਆਊਟਰ ਰੇਡੀਅਸ ਆਪਣੇ ਕੋਲ ਆ ਗਿਆ 12 ਸੈਂਟੀਮੀਟਰ। ਆਪਾਂ ਨੂੰ ਚਾਹੀਦਾ r, ਤੇ r ਦੀ ਵੈਲਿਊ r1 plus r2/2 ਯਾਨੀ 11.5 ਸੈਂਟੀਮੀਟਰ ਆਪਣੀ ਐਵਰੇਜ ਆ ਜਾਣੀ। ਕਲੀਅਰ ਇੰਨੀ ਗੱਲ? Yes, sir. ਤੇ ਕੋਇਲ ਚੋਂ ਕਰੰਟ ਪਾਸ ਕਰਦਾ ਪਿਆ, ਕਰੰਟ ਦੀ ਸਟਰੈਂਥ ਉਹਨੇ ਗਿਵਨ ਹੈ 0.7 ਐਂਪੀਅਰ। ਉਸ ਤੋਂ ਬਾਅਦ ਉਹਨੇ ਕਿਹਾ ਜੀ ਕਿ ਵੀ ਤੁਹਾਡੇ ਕੋਲ ਕੋਇਲ ਜਿਹੜੀ ਮੈਗਨੈਟਿਕ ਫੀਲਡ ਦੇ ਵਿੱਚ ਪਈ ਆ ਹਨਾ, ਉੱਤੇ 2.5 ਟੈਸਲਾ ਵਾ, ਯਾਨੀ B ਆਪਣੇ ਕੋਲ ਗਿਵਨ ਹੈ 2.5 ਟੈਸਲਾ। B ਗਿਵਨ ਹੈ, ਕਿਹੜਾ ਫਾਰਮੂਲਾ ਸੀਗਾ ਆਪਣਾ? ਬੋਲੂਗਾ ਕੋਈ ਹੈ ਨਾ? B is equal to mu naught Ni. ਮਿਊ r ਆਪਾਂ ਕੱਢਣਾ ਨਾ, ਰਿਲੇਟਿਵ ਪਰਮੇਬਿਲਿਟੀ। ਬੋਲੀ ਬੇਟਾ ਕੀ ਕਿਹਾ ਸੀ, ਦੁਬਾਰਾ ਬੋਲੋ। ਓਏ ਦੁਬਾਰਾ ਬੋਲ ਦਿਓ, ਕਿਹਨੇ ਬੋਲਿਆ ਸੀ ਫਾਰਮੂਲਾ? So B is equal to mu naught Ni. ਮਿਊ ਨਾਟ Ni। ਹੁਣ ਉੱਥੇ ਚੀਜ਼ਾਂ ਬਦਲੋ, ਠੀਕ ਹੈ ਜੀ। ਇੱਕ ਉੱਥੇ ਚੇਂਜ ਜਿਹੜੀ ਆਣੀ ਆ ਆਪਣੇ ਕੋਲ ਇਹ ਆਣੀ ਕਿ ਵੀ ਇੱਕ ਤੇ ਉਹਨੇ ਕਿਹਾ ਰਿਲੇਟਿਵ ਪਰਮੇਬਿਲਿਟੀ, ਰਿਲੇਟਿਵ ਆ ਤੇ ਮਤਲਬ ਵਿੱਚ ਮਟੀਰੀਅਲ ਮੀਡੀਅਮ ਭਰਿਆ ਹੋਇਆ, ਇਸ ਲਈ ਇੱਥੇ ਮੇਰੇ ਕੋਲ ਜਿਹੜੀ ਟਰਮ ਆ ਮਿਊ ਨਾਟ ਦੀ ਥਾਂ ਤੇ ਮਿਊ ਆ ਜਾਏਗੀ। ਦੂਜਾ ਆਪਣੇ ਕੋਲ ਸਮਾਲ n ਜਿਹੜਾ ਵਾ ਇਹਦੀ ਵੈਲਿਊ ਹੈ ਨਹੀਂ, ਠੀਕ ਹੈ, ਇਹ ਮੇਰੇ ਕੋਲ ਐਸ ਚ ਰਿਪਲੇਸ ਕਰਾਂਗਾ। ਮਿਊ ਦੀ ਥਾਂ ਤੇ ਆ ਗਿਆ ਮਿਊ ਨਾਟ ਇਨਟੂ ਮਿਊ r, ਔਰ n ਦੀ ਥਾਂ ਤੇ ਮੇਰੇ ਕੋਲ ਇੱਥੇ ਆ ਗਿਆ n ਬਾਈ ਲੈਂਥ ਆਫ ਦਾ ਟੋਰਾਇਡ, ਤੇ ਟੋਰਾਇਡ ਦੀ ਲੈਂਥ ਮੇਰੇ ਕੋਲ ਸਰਕੂਲਰ ਆ ਤੇ ਉਹਦੀ ਲੈਂਥ 2 ਪਾਈ r ਆ ਜਾਏਗੀ ਇਨਟੂ i। ਇਸ ਫਾਰਮੂਲੇ ਦੇ ਜੇ ਵੇਰੀਏਬਲ ਲਈਏ b ਵੀ ਆਪਣੇ ਕੋਲ ਦੱਸਿਆ ਹੋਇਆ ਉਹਨੇ, ਮਿਊ ਨਾਟ ਦੀ ਵੈਲਿਊ ਪਤਾ ਵਾ, ਟੋਟਲ ਨੰਬਰ ਆਫ ਟਰਨਸ, ਕਰੰਟ ਤੇ ਰੇਡੀਅਸ, ਇਹ ਸਾਰਾ ਕੁਝ ਹੈਗਾ। ਇਹਨੂੰ ਸੋਲਵ ਕਰ ਲਓ ਤੇ देयरफॉर ਇਥੋਂ ਮਿਊ r ਦੀ ਵੈਲਿਊ ਨਿਕਲ ਆਏਗੀ। ਹੋ ਜੂ ਨੂਮੈਰੀਕਲ? Yes, sir. Yes, sir. ਚਲੋ ਉਸ ਤੋਂ ਬਾਅਦ 6 ਨੂਮੈਰੀਕਲ ਹੈਗਾ ਤੁਹਾਡਾ। ਸਟੇਟਮੈਂਟ ਹੈਗੀ ਆ, ਸੌਖਾ ਵਾ ਥੋੜੀ ਸਟੇਟਮੈਂਟ ਧਿਆਨ ਨਾਲ ਸਮਝ ਲਿਓ। obtain the earth magnetization, अर्थ कितनी मैग्नेटाइज हो जाएगी, ठीक है जी। assume that earth field can be approximated by a giant bar magnet of magnetic dipole moment of 8 into 10 raised to power 22 ampere meter square। अर्थ ਦਾ radius given ਆ, अर्थ ਦੀ magnetic dipole moment ਦੀ value given ਆ। ਉਹਨੇ ਪੁੱਛਿਆ ਕਿਹੜਾ ਵੇਰੀਏਬਲ, ਇਹ ਤੁਸੀਂ ਮੈਨੂੰ ਦੱਸੋਗੇ ਬੇਟਾ ਕੀ ਕੈਲਕੂਲੇਟ ਕਰਨਾ। वेरिएबल कैलकुलेट कड़ा करना जी, वो जल्दी जल्दी बोलूंगे। जो गिवन है वो मैं लिख रहा, तो वेरिएबल तुसी दसोगे की लभना आपा। intensity, हाँ जी बोलो बोलो बोलो, गलत हो जो कुछ नहीं हो चलिया। की फाइंड आउट करना? intensity of magnetization, इंटेंसिटी ऑफ मैग्नेटाइजेशन, बिल्कुल ठीक है पुत्र। ਉਹਨੇ ਕਿਹਾ obtain the earth magnetization, अर्थ कितनी मैग्नेटाइज हो जाएगी, कोई मटीरियल कितना मैग्नेटाइज हो जाता, ਇਹਨੂੰ ਅਸੀਂ ਮੈਜ਼ਰ ਕਰਨਾ ਤੇ ਅਸੀਂ ਉਸ ਟਰਮ ਦਾ ਨਾਮ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਕਹਿੰਦੇ ਆ ਬੇਟਾ। Yes, sir. Yes, sir. ਇਹਦਾ ਮਤਲਬ ਜਿਹੜਾ ਅਨਨੋਨ ਵੇਰੀਏਬਲ ਆ ਉਹ i ਆ ਪੁੱਤ, ਤੇ ਜੇ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਕੱਢਣੀ ਆ, ਇਹਦਾ ਕੀ ਫਾਰਮੂਲਾ ਦੱਸਿਆ ਸੀ i ਦਾ ਪਾਉਣੀ? M by m by v, m by a ਦੋ ਸੀਗੇ ਪੁੱਤ, ਧਿਆਨ ਰੱਖੋ m by a, ਠੀਕ ਹੈ ਜੀ। ਆਹ ਵਾਲਾ ਸੀਗਾ, ਇਹ ਚ m ਕੀ ਚੀਜ਼ ਆ? Pole length. ਇਹ ਪੋਲ ਸਟਰੈਂਥ ਆ। ਇੱਥੇ m ਜਿਹੜੀ ਮੈਗਨੈਟਿਕ ਡਾਈਪੋਲ ਮੂਵਮੈਂਟ ਆ, ਇਹ ਵਾਲੀ ਜਗ੍ਹਾ ਤੇ ਆਪਾਂ ਕੈਪੀਟਲ m ਦੀ ਫਾਰਮ ਚ ਇੱਕ ਫਾਰਮੂਲਾ ਕੀਤਾ ਵਾ, that read as the magnetic dipole moment per unit volume। ਹੁਣ ਅਰਥ ਆਪਣੀ ਕਿਹੜੀ ਸ਼ੇਪ ਚ ਆ? spherical,
spherical, ਤੇ ਜੇ ਸਫੀਅਰ ਦਾ ਰੇਡੀਅਸ ਹੈਗਾ ਤੇ ਮਤਲਬ ਆਪਣੇ ਕੋਲ ਉਹਦਾ ਵੋਲਿਊਮ ਆ ਜਾਏਗਾ ਮੈਗਨੈਟਿਕ ਡਾਈਪੋਲ ਮੂਵਮੈਂਟ ਓਵਰ 4/3 ਪਾਈ ਆਰ ਕਿਊਬ। ਆ ਤੁਹਾਡੇ ਕੋਲ ਫਾਰਮੂਲਾ ਹੋਏਗਾ ਜਿਹਦੇ ਅਕੋਰਡਿੰਗਲੀ m ਵੀ ਆਪਣੇ ਕੁਐਸਚਨ ਚ ਦਿੱਤਾ ਤੇ ਰੇਡੀਅਸ ਵੀ ਦੱਸਿਆ ਹੋਇਆ। ਆ ਦੋਨੇ ਵੇਰੀਏਬਲ ਪੁੱਟ ਅਪ ਕਰੋ ਤੇ ਵੀ ਗੈਟ ਦਾ ਵੈਲਿਊ ਫॉर ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ। ਆ ਫਾਰਮੂਲੇ ਦੀ ਲੋੜ ਆਪਾਂ ਨੂੰ ਨਹੀਂ ਪੈ ਰਹੀ, ਠੀਕ ਹੈ। ਇਹ ਤੋਂ ਡਾਇਰੈਕਟ ਤੁਸੀਂ i ਇਸ ਫਾਰਮੂਲੇ ਨਾਲ ਕੱਢ ਦੋਗੇ, ਹੋ ਜੂ। Yes, sir. Sir. Yes, sir. ਨੈਕਸਟ ਨੂਮੈਰੀਕਲ ਹੈਗਾ 7th। 7th ਨੂਮੈਰੀਕਲ ਦੇ ਅੰਦਰ ਉਹਨੇ ਕੀ ਕਿਹਾ ਵਾ, ਸਟੇਟਮੈਂਟ ਸ਼ੁਰੂ ਕਰ ਰਹੇ ਹਾਂ ਉਹਦੀ। a solenoid of 500 turns per unit per meter, a solenoid of 500 turn per meter, ਇਹ ਕਿਹੜਾ ਵੇਰੀਏਬਲ ਬਣਿਆ? small n, small n ਕਿੰਨਾ ਆ ਗਿਆ ਜੀ? 500 turn per meter। ਮਤਲਬ ਜੇ 1 ਮੀਟਰ ਲੈਂਥ ਹੋਈ ਸੋਲੇਨੋਇਡ ਦੀ ਤਾਂ ਉਹ ਚ 500 ਟਰਨ ਹੈਗੇ ਆ। ਆਪਾਂ ਦੇਖਦੇ ਆਪਾਂ ਨੂੰ ਕੀ ਦੱਸਿਆ ਉਹਨੇ, ਕਹਿੰਦਾ ਜੀ solenoid of 500 turn per meter is carrying a current of 3 ampere। ਇਸ solenoid ਚੋਂ ਕਰੰਟ ਦੀ ਸਟਰੈਂਥ ਆਪਣੇ ਕੋਲ 3 ampere ਗਿਵਨ ਆਈ ਆ ਗਿਆ। ਉਸ ਤੋਂ ਬਾਅਦ ਉਹਨੇ ਕੁਐਸਚਨ ਕਿਹਾ ਕਿ core is made up of iron which has a relative permeability of 5000। ਮਤਲਬ ਸਾਰੀ ਕੋਇਲ ਕਿਸੇ ਆਇਰਨ ਕੋਰ ਤੇ ਲਪੇਟੀ ਹੋਈ ਆ ਜਿਹਦੀ permeability 5000 ਆਪਣੇ ਕੋਲ ਗਿਵਨ, ਮਿਊ ਆਰ ਆ ਗਿਆ। ਉਸ ਤੋਂ ਬਾਅਦ ਉਹਨੇ ਕੀ ਕਿਹਾ, ਡਿਟਰਮਿਨ ਦਾ ਮੈਗਨੀਟਿਊਡ ਆਫ ਵੇਰੀਏਬਲ ਤੁਸੀਂ ਦੱਸੋਗੇ, ਡਿਟਰਮਿਨ ਦਾ ਮੈਗਨੀਟਿਊਡ ਆਫ ਮੈਗਨੈਟਿਕ ਇੰਟੈਂਸਿਟੀ। ਸੈਕੰਡ ਟਾਈਮ ਉਹਨੇ ਕਿਹਾ ਮੈਗਨੇਟਾਈਜੇਸ਼ਨ, ਔਰ ਥਰਡ ਟਾਈਮ ਉਹਨੇ ਕਿਹਾ ਮੈਗਨੈਟਿਕ ਫੀਲਡ ਇਨਸਾਈਡ ਦਾ ਕੋਰ। ਵੈਸੇ ਤੇ ਆਨਸਰ ਚ ਸਿੱਧੇ ਸੀਕੁਐਂਸ ਲਿਖ ਹੀ ਦਿੱਤਾ ਹੋਇਆ। ਪਹਿਲੀ ਟਰਮ ਉਹਨੇ ਕਿਹਾ ਮੈਗਨੀਟਿਊਡ ਆਫ ਮੈਗਨੈਟਿਕ ਇੰਟੈਂਸਿਟੀ, ਠੀਕ ਹੈ। ਕਿਹੜਾ ਵੇਰੀਏਬਲ ਲੱਭਣਾ? ਕਿਹੜਾ ਵੇਰੀਏਬਲ ਲੱਭਣਾ? sir h, ਓਏ ਭਾਈ ਜਿਹੜੇ ਗੂੰਗੇ ਜਾਂ ਤਾਂ ਬਾਹਰ ਨਿਕਲੋ, ਠੀਕ ਹੈ, ਤੇ ਜਾਂ ਫਿਰ ਰਿਸਪੌਂਡ ਕਰੋਗੇ। ਇਹ 2-4 ਜਣਿਆਂ ਨੇ ਜ਼ਿੰਮੇਵਾਰੀ ਨਹੀਂ ਚੁੱਕੀ ਬੋਲਣ ਦੀ, ਸਿਰਫ ਵੇਰੀਏਬਲ, ਬਾਕੀ ਸਾਰੇ ਗੂੰਗੇ ਬਣੇ ਬੈਠੇ ਹੋ। ਜਾਂ ਤਾਂ ਲੀਵ ਕਰ ਜਾਓ ਤੇ ਜਾਂ ਫਿਰ ਰਿਸਪੌਂਡ ਕਰੋਗੇ। ਉਹਨੇ ਕੁਐਸਚਨ ਦੇ ਅੰਦਰ ਤੁਹਾਨੂੰ ਕਿਹਾ ਕਿ ਡਿਟਰਮਿਨ ਦਾ ਮੈਗਨੀਟਿਊਡ ਆਫ ਮੈਗਨੈਟਿਕ ਇੰਟੈਂਸਿਟੀ, ਠੀਕ ਹੈ ਜੀ। ਦੂਜੀ ਵਾਰ ਉਹਨੇ ਕਿਹਾ ਮੈਗਨੇਟਾਈਜੇਸ਼ਨ ਇਨਸਾਈਡ ਦਾ ਕੋਰ। ਜਦੋਂ ਮੈਗਨੇਟਾਈਜੇਸ਼ਨ ਇਨਸਾਈਡ ਦਾ ਕੋਰ ਲਵਾਂ, ਇਹ ਕਿਹੜਾ ਵੇਰੀਏਬਲ ਹੋਇਆ? ਮੈਗਨੇਟਾਈਜੇਸ਼ਨ ਇਨਸਾਈਡ ਦਾ ਕੋਰ ਕਿਹੜਾ ਵੇਰੀਏਬਲ ਹੋਇਆ? ਕੋਰ ਮੈਗਨੇਟਾਈਜ਼ ਹੋ ਗਿਆ। intensity, ਬਾਕੀ ਜਾਣਿਆਂ ਚੋਂ ਬੋਲੋ ਕਿਹੜਾ ਵੇਰੀਏਬਲ ਆ? ਗਲਤ ਕਹਿ ਰਿਹਾ ਤੂੰ ਪਾਰਸ, ਬੋਲੋ ਬਾਕੀ ਜਾਣੇ ਕਿਹੜਾ ਵੇਰੀਏਬਲ ਆ, ਨਹੀਂ ਤਾਂ ਮੈਂ ਬਾਈ ਨੇਮ ਪੁੱਛਣਾ ਹੋਣੀ। ਹਰਲੀਨ, ਹਰਮਨ, ਹਰਸਿਮਰਨ, ਉਹ ਤੇ ਜਿਹੜਾ ਨਾ ਬੋਲਿਆ ਮੈਂ ਰਿਮੂਵ ਕਰ ਦੇਣਾ, ਫੇਰ ਨਾ ਕਹੀਓ ਮੈਂ ਇੱਕ ਅੱਧੇ ਦੀ ਐਗਜ਼ਾਮਪਲ ਲਾ ਦੇਣੀ ਹੋਣੀ ਇੱਥੋਂ ਰਿਮੂਵ ਕਰਕੇ। ਹਰਲੀਨ, ਹਰਮਨ, ਆਵਾਜ਼ ਆ ਰਹੀ ਮੇਰੀ? ਨਹੀਂ ਆਂਦਾ ਤੇ ਮੂੰਹ ਬੋਲ ਕੇ ਹਰਲੀਨ ਦੱਸ ਸਕਦੇ ਹੋ ਮੇਰੀ ਆਵਾਜ਼ ਆ ਰਹੀ, ਮੈਨੂੰ ਪਹਿਲਾਂ ਜਵਾਬ ਦੇ ਬੋਲ ਕੇ। ਉਹਨੇ ਕੁਐਸਚਨ ਦੇ ਸਟੇਟਮੈਂਟ ਦੇ ਜੇ ਵੇਰੀਏਬਲ ਨਹੀਂ ਪਤਾ ਲੱਗੂਗਾ ਤੇ ਫਾਈਂਡ ਆਊਟ ਕੀ ਕਰੋਗੇ? ਉਹਨੇ ਤੁਹਾਨੂੰ ਕੁਐਸਚਨ 'ਚ ਕਿਹਾ ਵਾ 7 ਦੇ ਅੰਦਰ ਡਿਟਰਮਿਨ ਦਾ ਮੈਗਨੀਟਿਊਡ ਆਫ ਮੈਗਨੈਟਿਕ ਇੰਟੈਂਸਿਟੀ। ਮਤਲਬ ਤੁਸੀਂ ਉਹ ਮੈਗਨੈਟਿਕ ਇੰਟੈਂਸਿਟੀ ਫਾਈਂਡ ਆਊਟ ਕਰੋ ਜਿਹੜਾ ਮਟੀਰੀਅਲ ਤੇ ਅਪਲਾਈ ਕੀਤੀ, ਉਹਦੇ ਕਰਕੇ ਕਿੰਨੀ ਮੈਗਨੇਟਾਈਜੇਸ਼ਨ ਇਨਸਾਈਡ ਦਾ ਕੋਰ ਬਣੀ, ਤੇ ਕੋਰ ਜਿਹੜੀ ਆ ਮੇਰੇ ਕੋਲ ਉਹ ਕਿੰਨੀ ਮੈਗਨੇਟਾਈਜ਼ ਹੋ ਗਈ। ਤੇ ਅਸੀਂ ਪਿਛਲੇ ਨੂਮੈਰੀਕਲ 'ਚ ਗੱਲ ਕੀਤੀ ਆ ਕਿ ਕੋਰ ਕਿੰਨਾ ਮੈਗਨੇਟਾਈਜ਼ ਹੁੰਦੀ ਆ, ਇਹਨੂੰ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਕਹਿੰਦੇ ਹੋ। ਪਾਰਸ ਤੇਰਾ ਮੈਂ ਵੈਸੇ ਕਿਹਾ ਸੀ ਗਲਤ, ਸਹੀ ਸੀਗੀ ਤੇਰੀ ਟਰਮ। ਔਰ ਥਰਡ ਸੀਗਾ ਮੈਗਨੈਟਿਕ ਫੀਲਡ ਇਨਸਾਈਡ ਦਾ ਕੋਰ, ਜਿਹੜੀ ਤੁਹਾਡੀ ਕੋਰ ਮੈਗਨੇਟਾਈਜ਼ ਹੋਈ ਆ ਉਹਦੇ ਅੰਦਰ ਮੈਗਨੈਟਿਕ ਫੀਲਡ ਕਿੰਨਾ ਉਹ ਫਾਈਂਡ ਆਊਟ ਕਰ। 3 ਵੇਰੀਏਬਲ ਕਹੇ ਹੋਣੇ, ਇੱਕ ਤੁਹਾਨੂੰ ਨੇ h ਫਾਈਂਡ ਆਊਟ ਕਰਨ ਨੂੰ ਕਿਹਾ ਵਾ, ਇੱਕ ਤੁਹਾਨੂੰ ਨੇ ਐਸਐਚ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ, ਔਰ ਇੱਕ ਤੁਹਾਡੇ ਕੋਲ ਨੇ ਮੈਗਨੈਟਿਕ ਫੀਲਡ ਇਨਸਾਈਡ ਦਾ ਕੋਰ। ਆ 3 ਵੇਰੀਏਬਲ ਫਾਈਂਡ ਆਊਟ ਕਰਨੇ। ਗੱਲ ਸਮਝ ਲੱਗੀ ਆ?
Yes. ਕਿਹੜੇ ਬਿਨਾ ਕਰੀਏ ਫਾਰਮੂਲਾ ਬੋਲੋ ਜਲਦੀ ਜਲਦੀ ਕੀ ਲਗਾਈਏ ਕਿਹੜਾ ਫਾਰਮੂਲਾ ਲਗਾ ਸਕਦਾ सर H के लिए H is equal to NI. H ਵਾਸਤੇ ਆਪਣੇ ਕੋਲ n ਤੇ i ਹੈਗਾ ਬਿਲਕੁਲ ਲੱਗ ਜਾਏਗਾ ਜੀ H equal to ni ਯਾਨੀ ਜੇ H ਪਹਿਲੋਂ ਲੱਭਣਾ ਜ਼ਰੂਰੀ ਨਹੀਂ H ਹੀ ਪਹਿਲੋਂ ਫਾਈਂਡ ਆਊਟ ਕਰਨਾ ਕੋਈ ਵੀ ਫਾਈਂਡ ਆਊਟ ਕਰ ਸਕਦੇ H equal to n into i ਠੀਕ ਹੈ ਜੀ ਇਹਦੇ ਦੋਨੋਂ ਵੇਰੀਏਬਲ ਆਪਣੇ ਕੁਐਸਚਨ ਚ ਹੈਗੇ ਆ ਠੀਕ ਹੈ ਜੀ H ਆਪਣੇ ਕੋਲ ਨਹੀਂ ਯਾਰ ਆਪਾਂ ਹਾਂ i ਦੀ ਇਹਨੂੰ i ਡੈਸ਼ ਕਰ ਲਓ ਕਰੰਟ ਨੂੰ i ਡੈਸ਼ ਲਿਖਦਾ ਪਿਆ ਕਿਉਂਕਿ i ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਲਈ ਵੀ ਆ ਜਾਏਗਾ H equal to ni dash ਉਹਦੇ ਲਈ n ਤੇ i dash ਦੋਨੋਂ ਹੈਗੇ ਆ ਸੈਕਿੰਡ ਵੇਰੀਏਬਲ ਆਪਾਂ ਜੇ ਮੰਨ ਲਓ b ਲੱਭਣਾ ਹੋਵੇ ਕਿੱਥੋਂ ਲੱਭ ਸਕਦੇ b ਆਪਾਂ Mu H. ਬਿਲਕੁਲ ਲਗਾ ਸਕਦੇ ਹੋ ਠੀਕ ਹੈ ਜੀ b ਦਾ ਫਾਰਮੂਲਾ ਭਾਵੇਂ ਤੁਸੀਂ mu ni ਲਗਾ ਲਓ ਠੀਕ ਹੈ mu ni dash ਇਹਨੂੰ ਲਿਖਦੇ ਪਏ mu ਦੀ ਥਾਂ ਤੇ mu naught into mu r ਆਜੂ n ਵੀ ਗਿਵਨ ਆ i dash ਵੀ ਹੈਗਾ ਭਾਵੇਂ ਇੱਥੋਂ ਕੱਢ ਲਓ और ਇਹਦੀ ਜਗ੍ਹਾ ਤੇ ਭਾਵੇਂ ਤੁਸੀਂ b equal to mu h ਲਗਾ ਦਿਓ ਠੀਕ ਹੈ ਜੀ ਜੇ b equal to mu h ਲਗਾਣਾ ਇੱਥੇ ਚੇਂਜ ਇਹ ਕਰਨੀ ਪਏਗੀ ਕਿ mu ਚਾਹੀਦਾ mu r ਹੈਗਾ ਵਾ ਇਹਦਾ ਮਤਲਬ mu ਦੀ ਥਾਂ ਤੇ ਤੁਸੀਂ mu naught into mu r into h ਆ ਮੇਰੇ ਕੋਲ ਲੱਗ ਜਾਏਗਾ ਤਾਂ ਮੇਰੇ ਕੋਲ b ਦੀ ਵੈਲਿਊ ਆਜੂ ਕਲੀਅਰ ਹੈ ਸੈਕਿੰਡ ਵੇਰੀਏਬਲ Yes, sir. Yes, sir. ਥਰਡ ਵੇਰੀਏਬਲ ਦੱਸੋ i ਕਿੱਥੋਂ ਕੱਢਾਂਗੇ intensity of magnetization i ਕਿੱਥੋਂ फाइंड आउट करिए हाँ जी प्रतिष्ठा Sir, रुक जाए हिमांशु ग्राइमन गुरलीन बोलो जल्दी जल्दी कृतिका तीन जने दे नाम दिते ते तिन्ना दे विचों बोलदे होना चाहिदा इंटेंसिटी ऑफ मैग्नेटाइजेशन कढनी है किदां कढांगे Sir, I is equal to m by v वाला लगा के I equal to m by v m by v ਜੇ ਹੁਣ ਤੁਸੀਂ ਉਹਦੇ ਵੇਰੀਏਬਲ ਪੂਰੇ ਕਰੋ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਤੁਸੀਂ ਕਹਿ ਰਹੇ m by v m ਮੇਰੇ ਕੋਲ ਇਹਦੇ ਅੰਦਰ ਮੈਗਨੈਟਿਕ ਡਾਈਪੋਲ ਮੋਮੈਂਟ ਆ ਆਪਣੇ ਕੁਐਸਚਨ ਚ ਕੁਝ ਨਹੀਂ ਦੱਸਿਆ ਇਹਦੇ ਬਾਰੇ v ਵੋਲੀਅਮ ਆਫ ਸਪੈਸੀਮਨ ਆ ਇਹਦਾ ਕੋਈ ਵੇਰੀਏਬਲ ਹੈ ਨਹੀਂ ਆ ਕਿੱਥੋਂ ਲਗਾਵਾਂਗੇ ਨਹੀਂ ਲੱਗਣਾ ਕੋਈ ਹੋਰ ਸੋਚੋ ਜਿਹੜਾ ਫਾਰਮੂਲਾ ਦੀ ਜਗ੍ਹਾ ਤੇ ਅਪਲਾਈ ਹੋ ਸਕੇ Sir, I is equal to chi हाँ बोलो Sir, I equal chi to into chi into h chi ਆਪਣੇ ਕੋਲ ਹੈ ਨਹੀਂ chi ਕਿੱਥੋਂ ਲੈ ਕੇ ਆਵਾਂਗੇ ਹਰਨੂਰ ਸਹੀ ਕਹਿ ਰਹੀ ਆ ਇਹ ਯੂਜ਼ ਹੋ ਸਕਦਾ ਥੋੜਾ ਜਿਹਾ ਹੋਰ ਅੱਗੇ ਨੂੰ ਵਧੋ i equal to ਕਿਉਂਕਿ ਆਪਾਂ chi equal to i by h ਕਿਹਾ ਸੀ ਤੇ ਜੇ ਮੈਂ ਇੱਥੋਂ ਸੋਚ ਕੇ ਚੱਲਾਂ i ਦਾ ਫਾਰਮੂਲਾ ਉਹ chi into h ਆ ਗਿਆ ਹੁਣ ਜੇ ਇਹ ਲਗਾਣਾ ਵਾ ਆਪਣੇ ਕੋਲ ਇਸ ਫਾਰਮੂਲੇ ਨੂੰ ਲਗਾਉਣ ਵਾਸਤੇ chi ਕਿੱਥੋਂ ਲੈ ਕੇ ਆਵਾਂ mu r minus ਬਿਲਕੁਲ ਆਲਰੇਡੀ ਕਰ ਹਟੇ ਆ mu r equal to 1 plus chi ਇਹ ਮਤਲਬ chi ਦੀ ਜਗ੍ਹਾ ਤੇ mu r minus 1 ਆ ਸਕਦਾ yes, sir. therefore ਇੱਥੇ ਜੇ ਲਗਾਈਏ ਤੇ i ਦਾ ਫਾਰਮੂਲਾ chi ਦੀ ਜਗ੍ਹਾ ਤੇ ਆ ਗਿਆ mu r minus 1 into h ਯਾਨੀ ਆ ਮੇਰੇ ਕੋਲ ਥਰਡ ਫਾਰਮੂਲਾ ਲੱਗ ਜੂਗਾ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਵਾਸਤੇ ਹੋ ਜੂ ਇਹ ਨੂਮੈਰੀਕਲ Yes, yes sir. sir Yes, sir. ਚਲੋ ਨੈਕਸਟ ਹੈ ਤੁਹਾਡੇ ਕੋਲ 8th ਨੂਮੈਰੀਕਲ ਉਹਦੀ ਸਟੇਟਮੈਂਟ ਪੜ੍ਹ ਲਓ ਇੱਕ ਵਾਰੀ ਹਾਂਜੀ 8 ਦੇ ਅੰਦਰ ਉਹਨੇ ਕੀ ਕਿਹਾ ਆ ਸੋਲੇਨੋਇਡ ਇੱਕ ਵਾਰੀ ਸਟੇਟਮੈਂਟ ਪੜ੍ਹਿਓ ਮੈਂ ਦੀ ਫੋਟੋ ਕਲਿੱਕ ਕਰਦਾ हाँ जी बोलो कोई है ना स्टेटमेंट करो एक्सप्लेन कोई है ना 8th न्यूमेरिकल
चल हिमांशु, हिमांशु यस सर। स्टेटमेंट। सर हमारे पास सोलेनॉइड है जिसकी रिलेटिव परमेबिलिटी दी हुई है 400 और उसके अंदर से करंट फ्लो हो रहा है 2 एम्पियर का और उसमें स्मॉल एन है 1000। हमें एच एंड बी निकालना है और आई भी निकालना है। चलो ਹੁਣ ਇਹ ਕੁਐਸਚਨ ਸੇਮ ਤੁਹਾਡਾ ਜਿਹੜਾ ਪਿਛਲੇ ਜਿਹੜੇ ਆਪਾਂ ਟੌਪਿਕ ਕੀਤਾ ਵਾ ਨੂਮੈਰੀਕਲ ਕੀਤਾ ਉਹਦੇ ਨਾਲ ਰਿਲੇਟਡ ਆ, ਇਹ ਖੁਦ ਕਰੋਗੇ ਤੁਸੀਂ, ਠੀਕ ਆ? ਹੋ ਜੂ? Yes, sir. ਜੇ ਚੈੱਕ ਕਰੋ ਤਾਂ ਸਾਰਾ ਪਾਰਸ ਤੂੰ ਪੁੱਤ ਮਾਈਕ ਆਫ ਰੱਖ ਲੈ, ਪਤਾ ਨਹੀਂ ਤੇਰੇ ਵਾਲੇ ਪਾਸੇ ਕੋਈ ਡਿਸਟਰਬੈਂਸ ਆ ਬੱਚੇ। 8th ਨੂਮੈਰੀਕਲ ਦੇ ਅੰਦਰ ਜਿੰਨੇ ਵੇਰੀਏਬਲ ਆ ਸਾਰੇ ਦੇ ਸਾਰੇ ਤੁਹਾਡੇ ਐਸ ਐਚ 7th ਜਿਹੜਾ ਕੀਤਾ ਉਹਦੇ ਨਾਲ ਰਿਲੇਟਡ ਹੀ ਆ, ਠੀਕ ਹੈ ਜੀ? ਇਸ ਲਈ ਖੁਦ ਤੁਸੀਂ ਕਰੋਗੇ ਨੂਮੈਰੀਕਲ, ਹੋ ਜਾਊਗਾ? Yes, sir. Yes, sir. ਉਸ ਤੋਂ ਬਾਅਦ ਜਿਹੜਾ 9th 10th ਤੇ 11th ਆ ਇਹ ਹੁਣ ਤੁਹਾਡੇ ਹੈ ਨਹੀਂਗੇ, ਕਿਉਂਕਿ ਬੇਸਿਕਲੀ ਇਹ ਜਿਹੜਾ ਅਗਲਾ ਇੱਕ ਟੌਪਿਕ ਸੀਗਾ ਕਿਊਰੀ ਲਾਅ ਇਨ ਮੈਗਨੇਟਿਜ਼ਮ, ਠੀਕ ਹੈ, ਉਹਦੇ ਨਾਲ ਰਿਲੇਟਡ ਆ, ਇਸ ਲਈ ਉਹ ਟੌਪਿਕ ਹੈ ਨਹੀਂ, ਇਸ ਲਈ ਇਹ ਵਾਲੇ ਨੂਮੈਰੀਕਲ ਆਪਾਂ ਅੱਗੇ ਕੰਟੀਨਿਊ ਨਹੀਂ ਕਰਾਂਗੇ ਬੇਟਾ। ਓਕੇ ਜੀ? यस सर। ਚਲੋ ਮੈਂ ਹੁਣ ਅੱਗੇ ਕੰਟੀਨਿਊ ਕਰ ਰਿਹਾ। ਤੁਹਾਡੇ ਕੋਲ ਸੈਕੰਡ ਯੂਨਿਟ ਦੀ ਨੂਮੈਰੀਕਲ ਸ਼ੀਟ ਹੈਗੀ ਆ, ਠੀਕ ਹੈ? ਉਹ ਆਪਣੀ ਅੱਗੇ ਦੇਖੋ ਲਾਸਟ ਕਿਹੜਾ ਹੋਇਆ ਸੀ, ਉੱਤੋਂ ਅੱਗੇ ਕੰਟੀਨਿਊ ਕਰ ਰਹੇ ਹਾਂ। सर 10 हुआ था। ਹਾਂ 10th। ਸੈਕੰਡ ਬੀ ਦਾ ਨਾ? यस सर। ਚਲੋ ਸ਼ੀਟ ਖੋਲ ਲਓ ਪੁੱਤ ਜਲਦੀ ਜਲਦੀ ਸਾਰੇ ਨੇ, ਸੈਕੰਡ ਯੂਨਿਟ ਵਾਲੀ। ਸੈਕੰਡ ਯੂਨਿਟ ਦੇ ਨੂਮੈਰੀਕਲ ਜੇ ਧਿਆਨ ਰੱਖ ਕੇ ਚੱਲਿਓ, ਅੱਗੇ ਵੀ ਕਿਹਾ ਸੀ ਸਟੇਟਮੈਂਟ ਵਾਈਜ਼ ਉਹ ਥੋੜੇ ਲੈਂਥੀ ਹੈਗੇ ਆ। ਹਾਂਜੀ 10th ਕਰ ਲਿਆ ਸੀ ਕਿ ਕਰਨਾ ਸੀ, ਕੀ ਦੱਸਦੇ ਮੈਂ? सर कर लिया था। ਕਰ ਲਿਆ ਸੀਗਾ। ਚਲੋ 11 ਦੀ ਸਟੇਟਮੈਂਟ ਪੜੋ, ਉਹਦਾ ਸਰਕਟ ਬਣਨਾ ਨਾਲ ਮੈਂ ਇਧਰ 14 ਸਰਕਟ ਬਣਾ ਰਿਹਾ, ਤੁਸੀਂ 11 ਦੀ ਸਟੇਟਮੈਂਟ ਪੜ ਲਓ ਇੱਕ ਵਾਰੀ। ਇਹਨਾਂ ਕੁਐਸਚਨ ਨੇ ਥੋੜਾ ਟਾਈਮ ਲੈਣਾ, ਇਸ ਲਈ ਅਜੇ ਹੈ 5 ਮਿੰਟ ਆਪਾਂ ਕਰਦੇ। ਕੋਸ਼ਿਸ਼ ਕਰਿਓ ਇਹਦੇ ਨੂਮੈਰੀਕਲ ਕੱਲ ਜਦੋਂ ਕੰਟੀਨਿਊ ਕਰਾਂ ਅੱਗਿਓਂ, ਠੀਕ ਹੈ, ਤੇ ਇੱਕ ਵਾਰੀ ਇਹਨਾਂ ਦੇ ਫਾਰਮੂਲੇ ਤੇ ਇਹਨਾਂ ਦੇ ਸਰਕਟ ਡਾਇਗਰਾਮ ਦੇਖ ਰੱਖਿਓ। ਸੈਕੰਡ ਬੀ ਦੇ ਖਾਸ ਕਰਕੇ ਪੋਟੈਂਸ਼ੀਓਮੀਟਰ ਤੇ ਮੀਟਰ ਬ੍ਰਿਜ ਵਾਲੇ, ਉਹਨਾਂ ਦੀ ਲੋੜ ਆ ਤੁਹਾਨੂੰ ਨੂਮੈਰੀਕਲ ਕਰਨ ਲੱਗੇ। ਹਾਂਜੀ ਜੇ स्टेटमेंट पढ़ी होवे तो करना शुरू। सर एमसीक्यू में इतने बड़े क्वेश्चन आ सकते हैं क्या? ये बड़ा है ही नहीं बेटा, ये डरान नहीं बड़ा क्वेश्चन है, कुछ नहीं हैगा। तो सर इससे पहले वाले जिनमें कैलकुलेशन ज्यादा होती नहीं हम थोड़ा जिहा पैटर्न आ लैन दियो बेटा, एक बारी की आंदा प्रॉपर, फिर ही इस क्वेश्चन का तेरा आंसर है सही दे पाऊंगा। ओके सर। हाँ जी चलो जल्दी जल्दी पहले एक बारी पोटेंशियोमीटर ਦਾ ਦੱਸਦਾ। ਆਪਾਂ पोटेंशियोमीटर ਦੇ ਵਿੱਚ ਇਹ ਕਿਹਾ ਸੀਗਾ ਕਿ ਵੀ ਆ A ਤੋਂ ਲੈ ਕੇ B ਦੇ ਅੰਦਰ, ਠੀਕ ਹੈ, ਇਸ ਤੋਂ ਉੱਪਰ ਵਾਲਾ ਜਿਹੜਾ ਰੈਕਟੈਂਗਲ ਦਿਖਦਾ ਪਿਆ ਇਹ ਮੇਰਾ पोटेंशियोमीटर ਦਾ ਮੇਨ ਡਰਾਈਵਰ ਸਰਕਟ ਆ, ਠੀਕ ਹੈ। ਇਹਦੇ ਅੰਦਰ ਜਾਂ ਇਹਨੂੰ ਅਸੀਂ ਆਕਸਿਲਰੀ ਸਰਕਟ ਕਿਹਾ ਸੀਗਾ। ਇਹਦੇ ਵਿੱਚ ਇੱਕ ਡਰਾਈਵਰ ਸੈੱਲ ਆ ਗਿਆ, ਇੱਥੇ ਅਸੀਂ ਇੱਕ ਬੈਟਰੀ ਜਿਹੜੀ ਕੀ ਲਗਾ ਦਿੰਨੇ ਆ, ਐਮੀਟਰ ਲਗਾ ਦਿੰਨੇ ਆ ਤੇ ਰਿਓਸਟੈਟ। ਉਹਨੇ ਇੰਨੇ ਹਿੱਸੇ ਚੋਂ ਚੀਜ਼ਾਂ ਇਸ ਵੇਲੇ ਨਹੀਂ ਦਿਖਾਈਆਂ ਹੋਈਆਂ, ठीक है, सिर्फ उन्हें ऊपर ड्राइवर सर्किट दे अंदर सिर्फ तुहानू एक बैटरी लगी दिखाती है ते लोअर सर्किट दे अंदर एक तुहाडे कोल सैल अटैच कीता। उस सैल दे नाल आपां दो रजिस्टर लगाईयां, एक 10 ओम ते एक X ओम।
ठीक है। एक बारी 10 ओम तो अग्यों ਅਸੀਂ ਇਸ ਵਿੱਚ ਬਾਈਪਾਸ ਕੀਤਾ ਹੋਇਆ ਵਾ ਸਵਿਚ S1 ਲਗਾ ਕੇ, ਇੱਕ ਵਾਰੀ ਅਸੀਂ X ਤੋਂ ਬਾਅਦ ਜਿਹੜਾ ਵਾ ਕਰੰਟ ਬਾਈਪਾਸ ਕੀਤਾ ਹੈ S2 ਦੇ ਥਰੂ, ਠੀਕ ਹੈ। ਔਰ ਦੋਨਾਂ ਦੇ ਕਾਮਨ ਕਨੈਕਸ਼ਨ ਇੱਕ ਗਲਵੈਨੋਮੀਟਰ ਤੇ ਗਲਵੈਨੋਮੀਟਰ ਨੂੰ ਦੂਜੇ ਪਾਸੇ ਅਸੀਂ ਜੌਕੀ ਨਾਲ ਜੋੜਿਆ ਹੋਇਆ। ਕਿਆ ਇੰਨਾ ਸਰਕਟ ਸਮਝ ਲੱਗਿਆ? Yes, sir. Yes, Yes, sir. sir. ਥੋੜਾ ਜਿਹਾ ਬਸ ਸਮਝ ਲਓ, ਕੱਲ ਨੂੰ ਲਵਾਂਗੇ। ਉਹਨੇ ਇੱਕ ਵਾਰੀ ਆਪਾਂ ਨੂੰ ਕਹਿਣਾ ਕਿ ਜੇ ਸਵਿਚ S1 ਪ੍ਰੈਸ ਕਰਾਂ ਹਨਾ ਤੇ S2 ਨੂੰ ਓਪਨ ਰੱਖਾਂ, ਉਦੋਂ ਸਰਕਟ ਦੀ ਕੋਈ ਕੰਡੀਸ਼ਨ ਦੇਗਾ। ਜਦੋਂ S1 ਪ੍ਰੈਸ ਕਰਾਂਗਾ ਤੇ S2 ਓਪਨ ਹੋਏਗਾ, ਇਹਦਾ ਮਤਲਬ ਇਸ ਸੈੱਲ ਦਾ ਜਿਹੜਾ ਕਰੰਟ ਆ ਉਹ 10 ਤੋਂ ਹੋ ਕੇ ਇਧਰ ਨੂੰ ਜਦੋਂ ਚਲੇ ਜਾਣਾ, ਕਿਉਂਕਿ ਆਹ ਕਨੈਕਸ਼ਨ ਓਪਨ ਹੋ ਗਿਆ, ਯਾਨੀ ਇਸ ਪਾਸੇ ਨੂੰ ਕਰੰਟ ਅੱਗੇ ਨੂੰ ਨਹੀਂ ਜਾਣਾ, ਠੀਕ ਆ। ਇਹਦਾ ਮਤਲਬ S1 ਵਾਲੇ ਪਾਸਿਓਂ ਕਰੰਟ ਹੋ ਕੇ ਗਲਵੈਨੋਮੀਟਰ ਨੂੰ ਤੇ ਗਲਵੈਨੋਮੀਟਰ ਤੋਂ ਇਸ ਪੋਟੈਂਸ਼ੀਓਮੀਟਰ ਦੀ ਵਾਇਰ 'ਚ ਜਾਣਾ, ਜਿੱਥੇ ਬੈਲੈਂਸਿੰਗ ਪੁਆਇੰਟ ਲੱਭਾਂਗੇ। ਤੇ ਜਦੋਂ ਉਹਨੇ S1 ਨੂੰ ਓਪਨ ਤੇ S2 ਨੂੰ ਕਲੋਜ਼ ਕਰਨਾ, ਉਦੋਂ ਕਰੰਟ ਇਸ ਪੁਆਇੰਟ ਤੋਂ ਆ ਕੇ ਉੱਪਰ ਨਹੀਂ ਜਾਣਾ, ਕਰੰਟ ਇਸ 10 ਓਮ ਤੋਂ ਬਾਅਦ X ਓਮ 'ਚ ਜਾਣਾ, ਯਾਨੀ ਉਦੋਂ 10 ਓਮ ਤੇ X ਓਮ ਇਹ ਦੋਨੋਂ ਸੀਰੀਜ਼ 'ਚ ਅਟੈਚ ਹੋ ਜਾਓ, Yes, sir. ਠੀਕ ਹੈ। ਸੈਕਿੰਡ ਟਾਈਮ ਫਿਰ ਇੱਕ ਬੈਲੈਂਸਿੰਗ ਲੈਂਥ ਦੀ ਕੰਡੀਸ਼ਨ ਆਏਗੀ। ਜਿਹੜੀਆਂ ਦੋ ਬੈਲੈਂਸਿੰਗ ਲੈਂਥ ਦੀਆਂ ਕੰਡੀਸ਼ਨ ਬਣਨੀਆਂ, ਉਹਨਾਂ ਨੂੰ ਯੂਜ਼ ਕਰਕੇ ਉਹਨੇ ਕੋਈ ਅਨਨੋਨ ਵੇਰੀਏਬਲ, ਜਿੱਦਾਂ ਇੱਥੇ X ਵਾ, ਇਹ ਵੇਰੀਏਬਲ ਆਪਣੇ ਕੋਲ ਸੋਲਵ ਕਰਾਣਾ। ਇਹਨਾਂ ਕਲੀਅਰ ਆ? Yes, sir. ਚਲੋ ਕਰਾਂਗੇ ਕੱਲ ਨੂੰ। ਇਤੋਂ ਆਪਾਂ ਸ਼ੁਰੂ ਪੋਟੈਂਸ਼ੀਓਮੀਟਰ ਦੇ ਨਿਊਮੈਰੀਕਲ। ਇੱਕ ਵਾਰੀ ਪੋਟੈਂਸ਼ੀਓਮੀਟਰ ਦੇ ਸਰਕਟ ਡਾਇਗਰਾਮ ਤੇ ਉਹਦੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਜ਼ਰੂਰ ਚੰਗੀ ਤਰ੍ਹਾਂ ਦੇਖ ਲਿਓ। ਓਕੇ ਬੱਚੇ? Okay, sir. Thank you, sir. ਚਲੋ ਓਕੇ ਜੀ। Thank you, sir.